हेलो स्टूडेंट्स, वेलकम टू केमिस्ट्री एम। ਅੱਜ ਬੇਟੇ ਆਪਾਂ ਐਕੂਰੇਟ ਬੁੱਕ ਦੇ ਵਿੱਚੋਂ ਦੀ ਜਿਹੜੇ ਪ੍ਰੈਕਟਿਸ ਪੇਪਰਸ ਦੀ ਪੀਡੀਐਫ ਤੁਹਾਨੂੰ ਮੈਂ ਸੈਂਡ ਕੀਤੀ ਸੀ ਉਹਦੇ ਵਿੱਚੋਂ ਦੀ ਪ੍ਰੈਕਟਿਸ ਪੇਪਰ 2 ਦੇ ਆਨਸਰਸ ਨੂੰ ਸਟੱਡੀ ਕਰਨਾ ਹੈ। ਸੋ ਬੇਟਾ ਬਿਫੋਰ ਵੀ ਸਟਾਰਟ ਵਿਦ ਦੀ ਆਨਸਰਸ ਪਲੀਜ਼ ਇਹ ਆਪਣੇ ਆਪ 'ਚ ਇਨਸ਼ੋਰ ਕਰ ਲਿਓ ਕਿ ਤੁਸੀਂ ਸਾਰਾ ਪੇਪਰ ਜੋ ਹੱਲ ਕੀਤਾ ਹੈ ਉਹ ਹੋਲ ਹਾਰਟedly ਡੈਡੀਕੇਸ਼ਨ ਨਾਲ ਕੀਤਾ ਹੈ। ਆਨਸਰਸ ਤੁਹਾਡੇ ਨਾਲ ਇਸ ਕਰਕੇ ਸ਼ੇਅਰ ਕੀਤੇ ਜਾ ਰਹੇ हैं ਤਾਂ ਕਿ ਤੁਸੀਂ ਆਪਣੀਆਂ ਮਿਸਟੇਕਸ ਚੈੱਕ ਕਰ ਸਕੋ, ਜਿੱਥੇ ਕਿਤੇ ਡਾਊਟ ਹੈ ਉਹ ਤੁਸੀਂ ਬੇਟਾ ਆਪਣਾ ਰਿਮੂਵ ਕਰ ਸਕੋ। ਸੋ ਆਪਾਂ ਨੂੰ 70 ਮਾਰਕਸ ਦੇ ਲਈ ਜੋ ਕੈਮਿਸਟਰੀ ਦੇ ਪੇਪਰ ਦਾ ਪੈਟਰਨ ਹੈ ਉਹ ਇੱਕ ਵਾਰੀ ਸਮਝਣਾ ਜ਼ਰੂਰੀ ਹੈ। ਫਰਸਟ ਕੁਐਸਚਨ ਦੇ 28 ਸਬ ਪਾਰਟਸ ਹੋਣਗੇ ਤੇ ਹਰ ਪਾर्ट ਜਿਹੜਾ ਹੈ ਉਹ 1 ਮਾर्क ਦਾ ਹੋਏਗਾ ਔਰ ਇਹ ਆਬਜੈਕਟਿਵ ਟਾਈਪ ਕੁਐਸਚਨਸ ਹੋਣਗੇ। MCQs, ਟਰੂ ਫਾਲਸ ਇਸ ਤਰ੍ਹਾਂ ਦੇ ਸਵਾਲ ਹੋਣਗੇ। ਕੁਐਸਚਨ ਨੰਬਰ 2 ਤੋਂ ਲੈ ਕੇ ਕੁਐਸਚਨ 11 ਤੱਕ ਟੋਟਲ 10 ਕੁਐਸਚਨ ਜਿਹੜੇ ਹੈ ਉਹ 2 ਮਾर्क्स ਈਚ। ਦੈਨ ਕੁਐਸਚਨ ਨੰਬਰ 12 ਤੋਂ 15 ਤੱਕ 4 ਕੁਐਸਚਨਸ ਜਿਹੜੇ ਹੈ ਉਹ 3 ਮਾर्क्स ਈਚ ਹੋਣਗੇ ਤੇ 16th ਐਂਡ 17th ਕੁਐਸਚਨ ਜਿਹੜੇ ਹੈ ਉਹ 5 ਮਾर्क्स ਦੇ ਹੋਣਗੇ ਤੇ ਇਹਨਾਂ ਦੇ ਵਿੱਚ ਇੰਟਰਨਲ ਚੋਇਸ ਵੀ ਹੋਏਗੀ। ਸੋ ਆਨਸਰਸ ਬੇਟਾ ਸ਼ੁਰੂ ਕਰਦੇ ਹਾਂ ਆਪਾਂ। ਸੋ ਆਪਣੇ ਸਾਹਮਣੇ ਆਂਦਾ ਹੈ ਫਰਸਟ ਕੁਐਸਚਨ ਜਿੰਦੇ ਆਪਣੇ ਕੋਲੇ 28 ਪਾਰਟਸ ਹੈ। ਸੋ ਪਹਿਲੇ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਹੈ ਕਿ ਕਿੰਨੀਆਂ ਟੈਟਰਾਹੈਡਰਲ ਵੋਇਡਸ ਪਰ ਐਟਮ ਹੋਣਗੀਆਂ। ਬੇਟੇ ਇੱਥੇ ਧਿਆਨ ਦੇਣ ਵਾਲੀ ਗੱਲ ਹੈ ਪਰ ਐਟਮ। ਜਿੰਨੇ ਨੰਬਰ ਆਫ ਐਟਮ ਹੁੰਦੇ ਹੈ ਉਨੀਆਂ ਆਪਣੇ ਕੋਲੇ ਆਕਟਾਹੈਡਰਲ ਵੋਇਡਸ ਹੁੰਦੀਆਂ ਔਰ ਉਸ ਤੋਂ ਡਬਲ ਹੁੰਦੀਆਂ ਆਪਣੇ ਕੋਲੇ ਟੈਟਰਾਹੈਡਰਲ ਵੋਇਡ। ਸੋ ਜੇ ਇੱਕ ਐਟਮ ਹੈ ਆਪਣੇ ਕੋਲੇ ਤਾਂ ਆਪਣੇ ਕੋਲੇ ਟੈਟਰਾਹੈਡਰਲ ਵੋਇਡਸ ਹੋਣਗੀਆਂ 2। ਸੈਕਿੰਡ ਪਾਰਟ ਦੇਖੋ, ਜਦੋਂ ਸ਼ੂਗਰ ਸੋਲਿਊਸ਼ਨ ਨੂੰ ਸਲੋਲੀ ਫਰੀਜ਼ ਕੀਤਾ ਜਾਂਦਾ ਹੈ ਤਾਂ ਪਹਿਲਾਂ ਕਿਹੜਾ ਸੋਲਿਡ ਸੈਪਰੇਟ ਆਊਟ ਹੁੰਦਾ ਹੈ? ਆਨਸਰ ਹੈ ਆਈਸ। ਥਰਡ ਪਾਰਟ ਦੇ ਵਿੱਚ ਆਈਸੋਟੋਨਿਕ ਸੋਲਿਊਸ਼ਨਸ ਕਿਹੜੇ ਹੁੰਦੇ ਹੈ? ਜਿਨ੍ਹਾਂ ਦਾ ਆਸਮੋਟਿਕ ਪ੍ਰੈਸ਼ਰ ਸੇਮ ਹੁੰਦਾ ਹੈ। ਸੋ ਇਸ ਦੇ ਬਾਅਦ ਆਪਣੇ ਕੋਲੇ ਆਂਦਾ ਹੈ ਫੋਰਥ ਪਾਰਟ, ਜਿੱਥੇ ਆਪਾਂ ਇਹ ਦੇਖਣਾ ਹੈ ਕਿ ਇਹਨਾਂ ਸੋਲਿਊਸ਼ਨਸ ਦੇ ਵਿੱਚੋਂ ਦੀ ਕਿਹਦਾ ਹਾਈਐਸਟ ਬੋਇਲਿੰਗ ਪੁਆਇੰਟ ਹੈ। तो ਜਿਹੜਾ ਸਭ ਤੋਂ ਜ਼ਿਆਦਾ ਆਇਨਸ ਬਣਾਏਗਾ ਉਹਦਾ ਬੋਇਲਿੰਗ ਪੁਆਇੰਟ ਸਭ ਤੋਂ ਹਾਈ ਹੋਏਗਾ। ਦੈਨ ਫਿਫਥ ਪਾਰਟ ਹੈ ਇਲੈਕਟ੍ਰੋਲਾਈਟਸ ਨੂੰ ਜਦੋਂ ਪਾਣੀ 'ਚ ਡਿਸੋਲਵ ਕੀਤਾ ਜਾਂਦਾ ਹੈ ਤਾਂ ਆਪਣੇ ਆਇਨਸ 'ਚ ਕਿਉਂ ਟੁੱਟ ਜਾਂਦੇ ਹੈ? ਕਿਉਂਕਿ ਜਿਹੜਾ ਪਾਣੀ ਹੈ ਇਹ ਆਇਨਸ ਦੀਆਂ ਇਲੈਕਟ੍ਰੋਸਟੈਟਿਕ ਫੋਰਸਸ ਆਫ ਅਟਰੈਕਸ਼ਨ ਨੂੰ ਬ੍ਰੇਕ ਡਾਊਨ ਕਰ ਦਿੰਦਾ ਹੈ। ਸੋ ਇਸ ਦੇ ਬਾਅਦ ਬੇਟਾ ਆਪਣੇ ਕੋਲੇ ਆ ਜਾਂਦਾ ਹੈ ਕੰਪਰੀਹੈਂਸ਼ਨ ਕੁਐਸਚਨ। ਕੰਪਰੀਹੈਂਸ਼ਨ ਕੁਐਸਚਨ ਦੇ ਵਿੱਚ ਆਪਾਂ ਪੈਰਾ ਪੜ੍ਹਨਾ ਹੈ ਤੇ ਪਹਿਲਾ ਕੁਐਸਚਨ ਜੋ ਪੁੱਛਿਆ ਗਿਆ ਹੈ ਕਿ ਕਿਹੜੇ ਟਾਈਪ ਦੇ ਕੋਲੋਇਡ ਸਟੇਬਲ ਹੁੰਦੇ ਹੈ। ਪਹਿਲੀ ਲਾਈਨ 'ਚ ਲਿਖਿਆ ਹੈ ਲਾਇਓਫਿਲਿਕ ਸੋਲਸ ਆਰ ਮੋਰ ਸਟੇਬਲ। ਸੋ ਆਨਸਰ ਬਣ ਜਾਏਗਾ ਲਾਇਓਫਿਲਿਕ ਸੋਲਸ। ਦੈਨ ਡਿਫਾਈਨ ਕਰਨਾ ਹੈ ਲਾਇਓਫਿਲਿਕ ਕੋਲੋਇਡਸ ਨੂੰ। ਲਾਇਓਫਿਲਿਕ ਕੋਲੋਇਡਸ ਕੀ ਹੁੰਦੇ ਆ ਬੇਟੇ? ਜਦੋਂ ਡਿਸਪਰਸਡ ਫੇਜ਼ ਐਂਡ ਡਿਸਪਰਸ਼ਨ ਮੀਡੀਅਮ ਦੇ ਵਿਚਕਾਰ ਸਟਰੋਂਗ ਅਫਿਨਿਟੀ ਹੋਏ ਉਹਨੂੰ ਆਪਾਂ ਕਹਿੰਦੇ ਆ ਲਾਇਓਫਿਲਿਕ ਕੋਲੋਇਡ। ਠੀਕ ਹੈ ਜੀ। ਸੋ ਇਸ ਦੇ ਬਾਅਦ ਥਰਡ ਆਪਣੇ ਕੋਲੇ ਕੁਐਸਚਨ ਹੈ ਇਹਦੇ ਵਿੱਚ ਕਿ ਵਿਚ ਟਾਈਪ ਆਫ ਕੋਲੋਇਡ ਅੰਡਰਗੋ ਸੋਲਵੇਸ਼ਨ। ਪੈਰਾ ਦੀ ਦੂਸਰੀ ਲਾਈਨ 'ਚ ਲਿਖਿਆ ਹੋਇਆ ਹੈ ਕਿ ਲਾਇਓਫਿਲਿਕ ਕੋਲੋਇਡ ਜਿਹੜੇ ਐਕਸਟੈਂਸਿਵਲੀ ਸੋਲਵੇਟਡ ਹੁੰਦੇ ਹੈ। ਸੋ ਆਪਣਾ ਆਨਸਰ ਇੱਥੇ ਬਣ ਜਾਏਗਾ ਲਾਇਓਫਿਲਿਕ ਕੋਲੋਇਡਸ। ਪ੍ਰੋਟੈਕਟਿਵ ਕੋਲੋਇਡ ਕੀ ਹੁੰਦੇ ਹੈ ਬੇਟਾ? ਲਾਇਓਫਿਲਿਕ ਕੋਲੋਇਡ ਜਿਹੜੇ ਹੈ ਉਹ ਲਾਇਓਫੋबिक ਨੂੰ ਪ੍ਰੋਟੈਕਟ ਕਰਦੇ ਆ। ਸੋ ਲਾਇਓਫਿਲਿਕ ਕੋਲੋਇਡਸ ਪ੍ਰੋਟੈਕਟਿਵ ਕੋਲੋਇਡ ਹੁੰਦੇ ਹੈ। ਪ੍ਰੋਟੈਕਸ਼ਨ ਕਿਵੇਂ ਕੀਤੀ ਜਾਂਦੀ ਹੈ ਬੇਟਾ? ਲਾਇਓਫਿਲਿਕ ਪਾਰਟੀਕਲਸ ਜਿਹੜੇ ਹੈ ਉਹ ਲਾਇਓਫੋबिक ਦੇ ਆਲੇ ਦੁਆਲੇ ਇੱਕ ਲੇਅਰ ਬਣਾ ਲੈਂਦੇ ਆ, ਪ੍ਰੋਟੈਕਟਿਵ ਸ਼ੀਟ ਬਣਾ ਲੈਂਦੇ ਆ। ਸੋ ਨੈਕਸਟ ਜਿਹੜਾ ਕੁਐਸਚਨ ਹੈ ਬੇਸਿਸਿਟੀ ਆਫ H3PO2। ਬੇਟਾ H3PO2 ਦਾ ਸਟਰਕਚਰ ਕੀ ਹੁੰਦਾ ਹੈ? ਇਸ ਤਰੀਕੇ ਨਾਲ ਇਹਦੇ 'ਚ ਜਿਹੜੀਆਂ ਦੋ ਹਾਈਡਰੋਜਨਸ ਫਾਸਫੋਰਸ ਨਾਲ ਡਾਇਰੈਕਟਲੀ ਅਟੈਚਡ ਹੈ ਉਹ ਨॉन ਆਇਨਾਈਜ਼ੇਬਲ ਹੈ ਔਰ ਸਿਰਫ ਇੱਕ ਹਾਈਡਰੋਜਨ ਹੈ ਜਿਹੜੀ ਆਕਸੀਜਨ ਨਾਲ ਅਟੈਚਡ ਹੈ ਜਿਹੜੀ ਆਇਨਾਈਜ਼ ਹੋਏਗੀ। ਸੋ ਇੱਥੇ ਬੇਸਿਸਿਟੀ ਆਫ H3PO2 is 1। नेक्स्ट क्वेश्चन, विच ऑफ द फॉलोइंग डज नॉट एग्जिस्ट। बेटा नियॉन कोई कंपाउंड नहीं बनाता, सो NeF2 डज नॉट एग्जिस्ट। नेक्स्ट क्वेश्चन, विच इज ट्रू इन केस ऑफ टेट्राकार्बोनिल निकल। तो बेटा इत्थे सारे ही ऑप्शंस करेक्ट हैं।
ਨੈਕਸਟ ਕੁਐਸਚਨ क्रोमियम ਦਾ ਕੋਆਰਡੀਨੇਸ਼ਨ ਨੰਬਰ ਪੁੱਛਿਆ ਗਿਆ ਹੈ। ਸੋ ਅਸੀਂ ਦੇਖ ਸਕਦੇ ਹਾਂ ਕਿ ਇਸ ਸਕੁਆयर ਬ੍ਰੈਕਟ ਦੇ ਅੰਦਰ 6 यूनिडेंटेट लिगेंड है, इस करके कोऑर्डिनेशन नंबर 6। ਨੈਕਸਟ ਕੁਐਸਚਨ ਬੇਟਾ ਇਹਨਾਂ ਚੋਂ ਸਟਰੋਂਗੈਸਟ ਬੇਸ ਪੁੱਛਿਆ ਗਿਆ ਹੈ ਤੇ ਆਪਣੇ ਕੋਲੇ ਅਲਕੋਕਸਾਈਡ ਬੇਸ ਜਿਹੜਾ ਹੈ ਉਹ ਸਭ ਤੋਂ ਸਟਰੋਂਗ ਹੁੰਦਾ ਹੈ, ਅਲਕੋਕਸਾਈਡ ਬੇਸ ਇਹਨਾਂ ਦੇ ਵਿੱਚੋਂ ਦੀ। ਨੈਕਸਟ ਕੁਐਸਚਨ ਹੈ ਬੇਟਾ ਕਿ ਕਿਹੜੇ ਰੀਏਜੈਂਟ ਨੂੰ ਵਰਤ ਕੇ ਅਸੀਂ ਐਸੀਟੋਫਿਨੋਨ ਤੇ ਬੈਂਜ਼ੋਫਿਨੋਨ ਨੂੰ डिस्टिंग्विश कर सकते हैं। सो एसीटोफिनोन और बेंजोफिनोन बेटे COCH3 ग्रुप जिहड़ा है एसीटोफिनोन च लग्या होया है, जिस करके ये आयोडोफॉर्म टेस्ट देगा। सो डी ऑप्शन इत्थे करेक्ट है। नैक्सट क्वेश्चन कि जो प्रोपियोनिक एसिड नू सोडियम बाइकार्बोनेट नाल ट्रीट किया जाता है तो कार्बन डाइऑक्साइड निकलती है, वो कित्थों निकलती है? आंसर है बाइकार्बोनेट दे विचों। नैक्सट Wolff-Kishner reduction of acetophenone gives toluene। नहीं बेटा जी, it is false because इत्थे ethyl benzene मिलेगी। नेक्स्ट सेकेंडरी अमीन की हुंदी है? डी ऑप्शन। जो अमोनीया दियां दो हाइड्रोजन्स दी थां ते, दिस इज अमोनीया, जो इन्हां दो दी थां ते R ग्रुप लग जाए then that is सेकेंडरी अमीन। सो नेक्स्ट इत्थे अपने को आ जाता है gas evolved during reaction of sodium metal on ethylamine। Answer is hydrogen। Then tertiary amines nitrous acid चुकुल के corresponding salt देंदी हैं, very true। next question enzyme केड़ी कैटेगरी नु belong करते हैं? आंसर है proteins या polypeptides। next question है कि cane sugar जेड़ी है डायसैकेराइड है, एक मॉलिक्यूल सुक्रोज का जो पानी च पावांगे तो की बनेगा? एक ग्लूकोज का मॉलिक्यूल ते एक फ्रक्टोज का मॉलिक्यूल बन जाएगा। नेक्स्ट देखो न्यूक्लिक एसिड्स जेडे हैं वो न्यूक्लियोटाइड से पॉलीमर होंगे हैं। हाँ जी ट्रू है। देन विच ऑफ द फॉलोइंग इज नॉट अ पॉलीमर? आंसर इज क्लोरोफिल इज नॉट अ पॉलीमर बेटा, दिस इज अ मैक्रोमॉलिक्यूल। देन अपने को अगला आता है बेटा कि टैरलिन ਜਿਹੜਾ ਇੱਕ फाइबर है इनदे विच वीक इंटरमोलिकुलर फोर्सेस है। नो बेटा फॉल्स, इनदे च तां स्ट्रॉन्ग इंटरमोलिकुलर फोर्सेस होंदी है। नेक्स्ट इज विच ऑफ द फॉलोइंग इज नॉट एंटीबायोटिक? बेटा साइक्लोहेक्सेन, ये एक सिंपल अल्केन है जिहड़ी कि रिंग फॉर्म दे विच है। सो 28th पार्ट आ गया सोडियम लोराइल सल्फेट एक एनायनिक डिटर्जेंट है। हाँ जी ट्रू, दिस इज एनायनिक डिटर्जेंट। सो हुण बेटे अपने को 2 मार्क्स क्वेश्चन सैक्शन बी शुरू होंगे हैं। सो सैक्शन बी दे विच पहला सवाल आप जो रीड करते हैं बेटा कि एक एलीमेंट BCC ज्योमैट्री का है, एटॉमिक मास दिता होया है, असी की कैलकुलेट करनी है? डेंसिटी ते एज लेंथ आपां नूं दित्ती हुई है। सो Z अपने को 2 है, ठीक है जी। 60 अपने को मोलर मास है ते एज लेंथ नूं बेटा पिकोमीटर तो आप सेंटीमीटर च कन्वर्ट कर लेना है। डेंसिटी दे फॉर्मूले च वैल्यू पुट करांगे तो आंसर अपने को 7.38 ग्राम पर cc आ जाना है। इसका और पार्ट है कि कॉपर क्रिस्टलाइज होंदा है FCC। सो जदों तुसी FCC देखते हो ना बेटा, इनका मतलब है Z is 4। आपां देखना है कि किन्ने यूनिट सेल 1.2 ग्राम ऑफ कॉपर च आ जाते। तो बेटा आप पहले ही देख लें कि 1.2 ग्राम कॉपर च किन्ने एटम्स हैं कॉपर दे। तो 63.5 ग्राम कॉपर दे विच एवोगैड्रो नंबर जिन्ने एटम्स होंगे। सो अपने को 1.2 ग्राम कॉपर दे विच इन्ने एटम्स मतलब 11.38 इंटू 10⁻21 एटम्स आ जाते हैं। सो इस दे बाद बेटे असी देखते हैं कि इन्ने जिहड़े कॉपर एटम्स हैं वो किन्ने यूनिट सेल बनाएंगे। बेटे Z4 का मतलब की हुंदा है कि 4 एटम जिहड़े हैं मिलके एक सैल बनाते हैं। अपने कोले बेटे जो आप क्यूब बनाने हैं, ड्रॉ करते हैं तो FCC दे विच एक क्यूब दे अंदर कुल मिला के 4 एटम होंगे हैं। सो 4 एटम एक क्यूब दे अंदर है। सो एक सैल बनया 4 एटम्स नाल। सो इन्ने एटम्स नाल बेटा इन्ने अपने कोले यूनिट सैल बन जाएंगे, ठीक है जी। सो इस दे बाद बेटे अपने को जड़ा अगला क्वेश्चन है दैट इज क्वेश्चन नंबर 3।
ਔਰ ਇਹਦੇ 'ਚ ਆਪਾਂ ਨੂੰ ਫ੍ਰੈਂਕਲ ਔਰ ਸ਼ਾਰਟਕੀ ਡਿਫੈਕਟਸ ਦੇ ਵਿੱਚ ਡਿਫਰੈਂਸ ਪੁੱਛੇ ਗਏ ਆ। ਦਿਸ ਇਜ਼ ਵੈਰੀ ਇੰਪੋਰਟੈਂਟ ਕੁਐਸਚਨ ਬੇਟਾ, ਆਈ ਹੋਪ ਤੁਹਾਨੂੰ ਸਾਰਿਆਂ ਨੂੰ ਆਂਦਾ ਹੈ। फोर्थ क्वेश्चन अगेन अ न्यूमेरिकल 18 ग्राम ग्लूकोज ਨੂੰ 1000 ग्राम पानी ਦੇ ਵਿੱਚ ਘੋਲਿਆ ਗਿਆ, ਕਿਹੜੇ ਟੈਂਪਰੇਚਰ ਤੇ ਸੋਲੂਸ਼ਨ ਬੋਇਲ ਕਰੇਗਾ। ਐਬੂਲੀਓਸਕੋਪਿਕ ਕਾਂਸਟੈਂਟ ਦਿੱਤਾ ਹੋਇਆ ਹੈ ਤੇ ਆਪਾਂ ਨੂੰ ਬੋਇਲਿੰਗ ਪੁਆਇੰਟ ਪਿਓਰ ਵਾਟਰ ਦਾ ਦਿੱਤਾ ਹੋਇਆ ਹੈ। ਸੋ ਬੇਟੇ ਇੱਥੇ ਆਪਾਂ ਇਸ ਕੁਐਸਚਨ ਦਾ ਆਨਸਰ ਦੇਖਦੇ ਹਾਂ, ਤੁਹਾਡੇ ਸਾਹਮਣੇ ਮੈਂ ਸੋਲਵ ਕੀਤਾ ਹੋਇਆ ਹੈ। ਸੋ ਇਸ ਸਵਾਲ ਦੇ ਵਿੱਚ ਬੇਟਾ ਆਪਾਂ 18 ग्राम ग्लूकोज जिन्हों का मोलर मास 180 है, 1000 ग्राम पानी च घोलिया है ते KB और TB नॉट की वैल्यू दी हुई है। कैलकुलेट करना है TB। पहला आप देखते हैं एलिवेशन कितनी आई है। सो मोलैलिटी के फॉर्मूले दे विच वैल्यू पुट करते हैं ना जदों तां साडे कोले डेल्टा TB जिहड़ा है वो आ जाता है 0.052 और डेल्टा TB का की मतलब हुंदा है डिफरेंस इन बॉइलिंग पॉइंट। सो इहदे तो बेटे आपां TB कैलकुलेट कर लैंदे हैं एंड हियर इज दी आंसर। हुण क्वेश्चन नंबर 4 दा और पार्ट जिहड़ा है वो भी एक न्यूमेरिकल है। सो उहदी स्टेटमेंट आपां पहला पढ़दे हैं। इस सवाल दे विच है कि 1.26 ग्राम प्रोटीन जिहड़ा है वो लैके एक्वा सोल्यूशन बनाया 200 cc। इनका ऑस्मोटिक प्रेशर 300 कैलविन ते देखिया तो 2.57 × 10⁻³ बार सी ते आपां नूं पुछा गया है मोलर मास ऑफ प्रोटीन ते आर आपां नूं वैल्यू दित्ती गई है। सो इत्थे वॉल्यूम कितना बनिया 200 cc तो आपां सब तो पहले उन्होंने लीटर च कन्वर्ट कर लिया। आर वैल्यू आपां नूं दित्ती गई है। दिता होर की कुछ गया है प्रोटीन का भार कितना लिता है 1.26, टैंपरेचर 300 कैलविन है ते पाई की वैल्यू दी हुई है। पाई का फॉर्मूला पाई इज इक्वल टू CRT। पाई इज इक्वल टू नंबर ऑफ मोल्स पर यूनिट वॉल्यूम और नंबर ऑफ मोल्स जेडे है वो बेटा की होंगे हैं WB/MB। सो इत्थों दी आपां MB कैलकुलेट कर लें हैं, मोलर मास कैलकुलेट कर लें क्योंकि सारिया वैल्यूज आपां नूं दित्तियां हुई हैं। पाई दी भी दी हुई है, वॉल्यूम भी दिता हुआ है, WB RT सब कुछ गिवन है बेटा। सो मोलर मास जिहड़ा है वो प्रोटीन का इत्थे अपने कोले 61039 आ जाता है। नैक्सट क्वेश्चन है बेटा अपने कोले क्वेश्चन नंबर 5। इहदे विच आपां हाफ लाइफ पीरियड फर्स्ट ऑर्डर रिएक्शन का जिन्ना कि आपां नूं रेट कॉन्स्टेंट दिता गया है वो आपां हाफ लाइफ पीरियड कढना है। सो हाफ लाइफ पीरियड कढ़न दे लिए अपने कोले फॉर्मूला की हुंदा है, इट इज T हाफ इज इक्वल टू 0.693/K। सो जो आप इनकी वैल्यू पुट करते हैं अपने कोले आंसर कितना आ जाता है। हियर इज द आंसर। आंसर है अपना 1405.6 सेकेंड्स। सो फिफ्थ क्वेश्चन का ही और पार्ट जिहड़ा है वो इत्थे सॉल्व किया होया है। पहले आपां दी स्टेटमेंट पढ़ते हैं। तो फिफ्थ क्वेश्चन दे विच बेटे आपां नूं एक रिएक्शन दित्ती गई है जिंदे 2 स्टेप्स हैं ते ओवरऑल रिएक्शन दे बाद आपां नूं पुछिया है कि रेट एक्सप्रैशन लिखो, ऑर्डर लिखो ते यूनिट ऑफ रेट कॉन्स्टेंट लिखो। सो बेटा इस सवाल दे विच ये पहला भी आ चुका है सवाल, सैंपल पेपर 1 च भी सीगा। तो इस सवाल दे विच बेटे एक चीज़ याद रखनी है कि जिहड़ा स्लो स्टैप हुंदा है वो रेट डिटरमिनिंग स्टैप हुंदा है। सो स्लो स्टैप च देखते हैं असी कि 2 NO2 दे मॉलिक्यूल जिहड़े है वो रेट डिटरमिन कर रहे हैं। सो रेट दे विच इस एक्सप्रैशन दे विच NO2 दा स्क्वायर आ जाएगा। सो जिहड़ी पावर हुंदी है दैट इज द ऑर्डर। सो K दे यूनिट सैकेंड ऑर्डर वास्ते हैगे हैं पर मोल पर सेकेंड लीटर। सो बेटा इस दे बाद आपां आने हैं हुण नैक्सट क्वेश्चन ते नैक्सट क्वेश्चन जिहड़ा है मिनरल ते ओर दी डेफिनेशन पूछी गई है आपां नूं। मिनरल हुंदी है ओ रॉक जिंदे चों सानूं मैटल मिलदी है ते ओर हुंदा है ओ वाली रॉक जिंदे चों असीं मैटल नूं कंफर्टेबली ते कन्वीनियंटली प्रॉफिटेबली कढ सकते हैं। सो बेटे इत्थे इन्हां सवालां च एग्जाम्पल जरूर देनी हुंदी है, डोंट फॉरगेट। नैक्सट क्वेश्चन H3PO2 दी आपां नूं बेसिसिटी पूछी गई है। सो फॉस्फोरस दे विच बेटे डबल बॉन्ड O ते क्योंकि H 3 है ते O 2 है
ਸੋ ਇੱਥੇ ਆਪਣੇ ਕੋਲੇ ਕੇਵਲ ਇੱਕ H ਆਇਨਾਈਜ਼ੇਬਲ ਹੋਏਗੀ, ਸੋ ਇਹਦੀ ਬੇਸਿਸਿਟੀ ਜਿਹੜੀ ਹੈ ਉਹ 1 ਹੋਏਗੀ। ਤੇ ਆਹ ਵਾਲੇ ਦੋਨੋਂ ਹਾਈਡਰੋਜਨਸ ਫਾਸਫੋਰਸ ਨਾਲ ਡਾਇਰੈਕਟਲੀ ਅਟੈਚ ਹੋਣ ਕਰਕੇ ਇਹ ਨਾਨ ਆਇਨਾਈਜ਼ੇਬਲ ਰਹਿੰਦੇ। ਇਹ ਚੀਜ਼ ਤੁਸੀਂ ਲਿਖਣੀ ਹੈ, ਇਹਨਾਂ ਬਾਰੇ ਜ਼ਿਕਰ ਕਰਨਾ ਹੈ। ਨੈਕਸਟ ਇਜ਼ why transition metals have tendency to form complex compounds। ਸੋ ਬੇਟਾ ਇਹ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਆਂਦਾ ਹੈ। ਅਗਲੇ ਸਵਾਲ ਦੇ ਵਿੱਚ IUPAC ਨੇਮ ਹੈ। ਸੋ IUPAC ਨੇਮਸ ਬੇਟੇ ਇੱਥੇ ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ ਲਿਖੇ ਗਏ ਹੈ, ਇਹ ਕਰੈਕਟ ਨੇਮਸ ਹੈ। ਦੈਨ 10th ਕੁਐਸਚਨ ਚ A ਔਰ B ਦੋਨੋਂ ਪਾਰਟਸ ਦੇ ਵਿੱਚ ਆਪਣੇ ਕੋਲੇ ਕਾਰਬੋਕਸਿਲਿਕ ਐਸਿਡਸ ਦੈਨ ਅਲਕੋਹਲਸ ਤੇ ਐਲਡੀਹਾਈਡ ਕੀਟੋਨਸ ਦੇ ਬੋਇਲਿੰਗ ਪੁਆਇੰਟਸ ਬਾਰੇ ਪੁੱਛਿਆ ਗਿਆ ਹੈ। ਯਾਦ ਰੱਖੋ ਕਾਰਬੋਕਸਿਲਿਕ ਐਸਿਡਸ ਦਾ ਹਮੇਸ਼ਾ ਬੋਇਲਿੰਗ ਪੁਆਇੰਟ ਜ਼ਿਆਦਾ ਹੋਏਗਾ ਕਿਉਂਕਿ ਉਹਦੇ ਚ ਡਾਇਮਰਾਈਜ਼ੇਸ਼ਨ ਹੈ। ਅਲਕੋਹਲਸ ਦੇ ਨਾਲੋਂ ਪਰ ਐਲਡੀਹਾਈਡ ਕੀਟੋਨਸ ਦਾ ਘੱਟ ਹੋਏਗਾ ਕਿਉਂਕਿ ਐਲਡੀਹਾਈਡ ਕੀਟੋਨ ਦੇ ਵਿੱਚ ਡਾਇਪੋਲ ਇੰਟਰੈਕਸ਼ਨਸ ਹੁੰਦੀਆਂ, ਜਦਕਿ ਅਲਕੋਹਲ ਦੇ ਵਿੱਚ ਸਟਰੋਂਗ ਹਾਈਡਰੋਜਨ ਬੌਂਡਿੰਗ ਹੋਣ ਕਰਕੇ ਅਲਕੋਹਲ ਹਾਈਲੀ ਐਸੋਸੀਏਟਡ ਹੁੰਦੇ ਆ। ਸੋ ਆਮ ਤੌਰ ਤੇ ਜੇ ਦੇਖਿਆ ਜਾਵੇ ਨਾ ਤਾਂ ਸਭ ਤੋਂ ਵੱਧ ਜਿਹੜਾ ਪੁਆਇੰਟ ਹੈ, ਬੋਇਲਿੰਗ ਪੁਆਇੰਟ ਹੈ, ਉਹ ਆਪਣੇ ਕੋਲੇ ਹੁੰਦਾ ਹੈ ਕਾਰਬੋਕਸਿਲਿਕ ਐਸਿਡਸ ਦਾ। ਉਸ ਤੋਂ ਘੱਟ ਆ ਜਾਂਦੇ ਆ ਆਪਣੇ ਕੋਲੇ ਅਲਕੋਹਲਸ ਤੇ ਉਹਨਾਂ ਤੋਂ ਘੱਟ ਆ ਜਾਂਦੇ ਹੈ ਐਲਡੀਹਾਈਡ ਕੀਟੋਨ। ਔਰ ਪਾਰਟ ਦੇ ਵਿੱਚ ਆਪਾਂ ਨੂੰ ਐਸੀਟੈਲਡੀਹਾਈਡ ਔਰ ਐਸੀਟੋਨ ਦੇ ਵਿਚਕਾਰ ਡਿਸਟਿੰਕਸ਼ਨਿੰਗ ਟੈਸਟ ਪੁੱਛਿਆ ਗਿਆ ਹੈ। ਸੋ ਟੋਲਰੈਂਟ ਟੈਸਟ ਇਹਦਾ ਆਨਸਰ ਹੈ ਤੇ ਐਸੀਟੈਲਡੀਹਾਈਡ ਟੋਲਰੈਂਟ ਟੈਸਟ ਸ਼ੋ ਕਰੇਗਾ, ਐਸੀਟੋਨ ਨਹੀਂ ਸ਼ੋ ਕਰੇਗਾ। ਐਸੀਟੈਲਡੀਹਾਈਡ ਸਿਲਵਰ ਮਿਰਰ ਬਣਾਏਗਾ। 11ਵੇਂ ਕੁਐਸਚਨ ਦੇ ਵਿੱਚ ਥਰਮੋਪਲਾਸਟਿਕ ਤੇ ਥਰਮੋਸੈਟਿੰਗ ਪਲਾਸਟਿਕਸ ਜਿਹੜੇ ਹੈ ਉਹ ਪੁੱਛੇ ਗਏ ਹੈ। ਥਰਮੋਪਲਾਸਟਿਕ ਦੀ ਡੈਫੀਨੇਸ਼ਨ ਔਰ ਥਰਮੋਸੈਟਿੰਗ ਪਲਾਸਟਿਕ ਦੀ ਡੈਫੀਨੇਸ਼ਨ ਦੇਣ ਦੇ ਬਾਅਦ ਐਗਜ਼ਾਮਪਲ ਜ਼ਰੂਰ ਦੇਣੇ ਹੁੰਦੇ ਆ ਬੇਟਾ, ਚਾਹੇ ਐਗਜ਼ਾਮਪਲ ਪੁੱਛਿਆ ਗਿਆ ਚਾਹੇ ਨਹੀਂ ਪੁੱਛਿਆ ਗਿਆ, ਤੁਸੀਂ ਐਗਜ਼ਾਮਪਲ ਜ਼ਰੂਰ ਦੇਣਾ। ਸੋ ਹੁਣ ਆਪਣੇ ਕੋਲੇ ਸੈਕਸ਼ਨ C ਦੇ ਵਿੱਚ ਆ ਜਾਂਦੇ ਹੈ 3 ਮਾਰਕਸ ਵਾਲੇ ਕੁਐਸਚਨਸ, ਜਿਨ੍ਹਾਂ ਚੋਂ 12th ਕੁਐਸਚਨ ਦੇ 2 ਪਾਰਟ ਹੈ, ਜਿਹਨੂੰ ਆਪਾਂ ਔਰ ਦੇ ਨਾਲ ਮਤਲਬ ਜਾਂ ਇਹ ਵਾਲਾ ਪਾਰਟ ਕਰਾਂਗੇ ਜਾਂ ਨੀਚੇ ਵਾਲਾ ਪਾਰਟ ਕਰਾਂਗੇ। ਸੋ ਇਹ ਸਵਾਲ ਹੈਗਾ ਕੁਲਰੌਸ਼ ਲਾਅ ਤੇ ਬੇਸਡ ਔਰ ਦੂਸਰਾ ਸਵਾਲ ਹੈ ਨਰਨਸਟ ਇਕੁਏਸ਼ਨ ਤੇ ਬੇਸਡ। ਸੋ ਆਪਾਂ ਨੂੰ ਸੋਡੀਅਮ ਐਸੀਟੇਟ, ਹਾਈਡਰੋਕਲੋਰਿਕ ਐਸਿਡ ਔਰ ਸੋਡੀਅਮ ਕਲੋਰਾਈਡ ਦੀਆਂ ਮੋਲਰ ਕੰਡਕਟੈਂਸ ਵੈਲਿਊਜ਼ ਦਿੱਤੀਆਂ ਗਈਆਂ ਹੈ ਤੇ ਪੁੱਛੀ ਗਈ ਹੈ ਐਸਟਿਕ ਐਸਿਡ ਦੀ ਮੋਲਰ ਕੰਡਕਟੈਂਸ ਵੈਲਿਊ। ਸੋ ਆਪਾਂ ਬੇਟਾ ਇਹ ਐਪਲੀਕੇਸ਼ਨਸ ਆਫ ਕੁਲਰੌਸ਼ ਲਾਅ ਦੇ ਵਿੱਚ ਵੀ ਕਰਦੇ ਹਾਂ ਤੇ ਇੱਥੇ ਦੇਖ ਲੈਣੇ ਆ ਆਪਾਂ। ਆਪਣੇ ਕੋਲੇ ਆ ਵੈਲਿਊਜ਼ ਗਿਵਨ ਹੈ। ਸੋ ਆਪਾਂ ਸੋਡੀਅਮ ਐਸੀਟੇਟ ਚ ਪਲੱਸ ਕਰ ਦੇਣਾ ਹਾਈਡਰੋਕਲੋਰਿਕ ਐਸਿਡ ਦੀ ਵੈਲਿਊ ਤੇ ਉਹਨਾਂ ਚੋਂ ਮਾਈਨਸ ਕਰ ਦਾਂਗੇ NaCl ਦੀ ਵੈਲਿਊ, ਤਾਂ ਆਪਣੇ ਕੋਲੇ 399 ਔਰ ਜਿਹੜੇ ਯੂਨਿਟ ਹੈ ਮੋਲਰ ਕੰਡਕਟੈਂਸ ਦੇ ਉਹ ਤੁਸੀਂ ਬੇਟਾ ਸਵਾਲ ਦੇ ਵਿੱਚੋਂ ਹੀ ਲੈ ਸਕਦੇ ਹੋ। ਨੈਕਸਟ ਕੁਐਸਚਨ ਆਪਣੇ ਕੋਲੇ ਨਰਨਸਟ ਇਕੁਏਸ਼ਨ ਤੇ ਬੇਸਡ ਹੈ। ਇਹਦੇ ਚ ਆਪਾਂ ਸੈੱਲ ਦਾ EMF ਕੈਲਕੂਲੇਟ ਕਰਨਾ ਹੈ, ਡੈਲਟਾ G ਕੈਲਕੂਲੇਟ ਕਰਨੀ ਹੈ ਤੇ ਸੈੱਲ ਆਪਾਂ ਨੂੰ ਜ਼ਿੰਕ ਤੋਂ ਜ਼ਿੰਕ 2 ਪੋਜ਼ਿਟਿਵ ਦੈਨ ਕੈਡਮੀਅਮ 2 ਪੋਜ਼ਿਟਿਵ ਤੋਂ ਕੈਡਮੀਅਮ। ਸੋ E0 ਵੈਲਿਊਜ਼ ਦਿੱਤੀਆਂ ਹੋਈਆਂ ਆਪਾਂ ਨੂੰ ਜ਼ਿੰਕ ਤੇ ਕੈਡਮੀਅਮ ਇਲੈਕਟ੍ਰੋਡਸ ਦੀਆਂ, ਫੈਰਾਡੇ ਦੀ ਵੈਲਿਊ ਤੇ R ਦੀ ਵੈਲਿਊ ਦਿੱਤੀ ਹੋਈ ਹੈ। ਸੋ ਨਰਨਸਟ ਇਕੁਏਸ਼ਨ ਦੇ ਵਿੱਚ ਬੇਟੇ ਆਪਾਂ ਵੈਲਿਊ ਪੁੱਟ ਕਰਨੀ ਹੈ ਤੇ ਆਪਣਾ ਨਿਊਮੈਰੀਕਲ ਜਿਹੜਾ ਹੈ ਉਹ ਸੋਲਵ ਹੋ ਜਾਏਗਾ। ਲੈਟ ਅਸ ਸੀ। ਪਹਿਲਾਂ ਆਪਾਂ ਲਿਖਦੇ ਹਾਂ ਇੱਥੇ ਓਵਰਆਲ ਰਿਐਕਸ਼ਨ। ਜ਼ਿੰਕ ਤੋਂ 2 ਇਲੈਕਟ੍ਰੋਨ ਨਿਕਲੇ ਜਿਹੜੇ ਕੈਡਮੀਅਮ 2 ਪੋਜ਼ਿਟਿਵ ਨੇ ਗੇਨ ਕੀਤੇ, ਓਵਰਆਲ ਰਿਐਕਸ਼ਨ ਹੋ ਗਈ। E0 ਸੈੱਲ ਜਿਹੜਾ ਆਪਾਂ E ਕੈਥੋਡ ਮਾਈਨਸ E ਐਨੋਡ ਕੈਲਕੂਲੇਟ ਕਰ ਲੈਣੇ ਆ, 0.36 ਵੋਲਟ ਆ ਜਾਂਦਾ ਹੈ। ਨਰਨਸਟ ਇਕੁਏਸ਼ਨ ਦੇ ਵਿੱਚ ਵੈਲਿਊਜ਼ ਪੁੱਟ ਕਰਨੀਆਂ E0 ਸੈੱਲ ਦੀਆਂ, 0.36 ਆ ਗਿਆ। ਦੈਨ ਇੱਥੇ ਨੰਬਰ ਆਫ ਇਲੈਕਟ੍ਰੋਨਸ 2 ਹੈ। ਜ਼ਿੰਕ 2 ਪੋਜ਼ਿਟਿਵ ਦੀ ਕਨਸੈਂਟ੍ਰੇਸ਼ਨ ਔਰ ਕੈਡਮੀਅਮ 2 ਪੋਜ਼ਿਟਿਵ ਦੀ ਕਨਸੈਂਟ੍ਰੇਸ਼ਨ ਵੈਲਿਊ ਪੁੱਟ ਕਰ ਦਿੱਤੀ ਤੇ E ਸੈੱਲ ਜਿਹੜਾ ਆਪਣੇ ਕੋਲੇ 0.44 ਵੋਲਟ ਆ ਗਿਆ। ਐਂਡ ਦੈਨ ਆਪਾਂ ਬੇਟਾ ਜੀ ਡੈਲਟਾ G ਦੀ ਵੈਲਿਊ NFE ਸੈੱਲ ਦੇ ਅਕੋਰਡਿੰਗਲੀ ਪੁੱਟ ਕਰਕੇ ਕੱਢ ਸਕਦੇ ਹਾਂ, ਜੋ ਡੈਲਟਾ G ਪੁੱਛਿਆ ਗਿਆ ਸੀ ਆਪਾਂ। ਇਸ ਦੇ ਬਾਅਦ ਅਗਲਾ ਕੁਐਸਚਨ ਆਂਦਾ ਹੈ ਆਪਣੇ ਕੋਲੇ ਕੁਐਸਚਨ ਨੰਬਰ 13 ਦੇ ਵਿੱਚ ਆਪਾਂ ਦੇਖਦੇ ਹਾਂ ਕਿ ਫਰਸਟ ਆਰਡਰ ਰਿਐਕਸ਼ਨ 20% ਕੰਪਲੀਟ ਇਨ 10 ਮਿੰਟਸ, 75% ਕੰਪਲੀਸ਼ਨ ਆਫ ਦ ਰਿਐਕਸ਼ਨ ਵਾਸਤੇ ਆਪਾਂ ਟਾਈਮ ਕੱਢਣਾ ਹੈ। ਸੋ ਬੇਟੇ ਆਪਾਂ ਨੂੰ 20% ਵਾਸਤੇ ਟਾਈਮ ਦਿੱਤਾ ਹੈ 10 ਮਿੰਟਸ ਔਰ ਇਸ ਤੋਂ ਬੇਟੇ ਆਪਾਂ K ਦੀ ਵੈਲਿਊ ਕੱਢ ਲਵਾਂਗੇ। ਜਿਹੜਾ K ਨਿਕਲੇਗਾ ਉਹਨੂੰ ਆਪਾਂ 75% ਵਾਲੇ ਇਕੁਏਸ਼ਨ ਦੇ ਵਿੱਚ ਪੁੱਟ ਕਰਕੇ T ਦੀ ਵੈਲਿਊ ਕੱਢ ਲਵਾਂਗੇ।
तो आप देखते हैं कि 20% कंप्लीट का मतलब की है कि जी x है वो 20% ऑफ ए, किसी भी चीज़ के नाल परसेंट लिखिया तो इसका मतलब डिवाइडेड बाय 100। सो x इज 20/100 ऑफ ए। सो अपने को x जिहड़ा है 2/10 ऑफ ए आ गया। सो फॉर्मूले दे विच जो वैल्यू पुट करते हैं a माइनस x नूं असीं लिखता 2/10 ऑफ ए। तो जो इस चीज़ ਨੂੰ ਆਪਾਂ सॉल्व करते हैं ए नाल ए कैंसल हो जाता है, log 10/8 आ जाता है, तो इनू असी 1.25 की टर्म च log वैल्यू देख लैने हैं जो कि आ जाती है 0.0969। तो के जिहड़ा अपने को आ गया 0.0223 पर मिनट। हुण इत्थों दी बेटा आपां इस के वैल्यू नूं जिहड़ी हुणे कड्ढी है इत्थे इस फॉर्मूले च पुट करना है। 75% कंप्लीट का मतलब की हुंदा है, 75% का मतलब है 75/100 ऑफ ए। दिस इज आवर एक्स। सो बेटे इनू आपां इत्थे पुट करके टी दी वैल्यू 62.17 आंसर आ जाता है। नैक्सट क्वेश्चन दे विच बेटे जीनॉन डाईफ्लोराइड दी अपने को स्ट्रक्चर पूछा गया है। सो जीनॉन दी कॉन्फिगरेशन क्रिप्टॉन 36 तक हो जाता है, उसके बाद 4d10 5s2 5p6। सो बेटे आप इत्थे 5s2 5p6 मतलब 2 ऑर्बिटल अपने को अनपेयर्ड चाहिए है, ठीक है जी। सो एस दे विच पेयर है और पी दे विच सारे पेयर्ड सीगे, सिर्फ एक नूं असीं अनपेयर कर देना, ठीक है जी। सो इत्थे फ्लोरीन्स अटैच हो जाएगियां तो ये अपने को 3 लोन पेयर हो गए। सो किस तरह का स्ट्रक्चर बन जाएगा, जीनॉन दे कोले अपने को आ जाएंगे ये फ्लोरीन लग गए तो, ठीक है जी। और ट्रायंगुलर शेप दे विच ये अपने को लोन पेयर्स आ गए, ठीक। सो ये अपने को स्ट्रक्चर बन जाएगा, शेप आ गई लीनियर और ज्योमेट्री की होगी ट्रायगोनल बाय पिरामिडल और हाइब्रिडाइजेशन sp3d। सो ये सारिया चीज़ा शेप ज्योमेट्री ते हाइब्रिडाइजेशन कॉन्फिगरेशन स्ट्रक्चर ये सारिया चीज़ा आपां इत्थे जरूर लिखनिया होंदियां। नैक्सट क्वेश्चन बेटे ऑर्गैनिक कैमिस्ट्री दे विच सॉल्व करवाया जा चुका है और सैक्शन डी दे भी सवाल बेटे आपां इंडिविजुअली डिफरेंट वीडियोज़ दे विच कर चुके हैं। सो विश यू ऑल दी वेरी बेस्ट बेटा। परमात्मा करे तुहाडे सारिਆਂ ਦੇ बहुत अच्छे मार्क्स आन ते तुसी सारे बहुत अच्छे मार्क्स नाल पास हो। विश यू ऑल दी वेरी बेस्ट। थैंक्स फॉर वॉचिंग।